ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੇ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੇ। ਵਾਹਿਗੁਰੂ ਸਾਹਿਬ ਜੀ। ਮਹਿਲਾ ਦੂਜਾ। ਜੋ ਜੀ ਹੋਏ ਸੋ ਗਵੈ, ਮੌਕਾ ਕਹਿਆ ਬਾਓ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਜੋ ਜੀ ਹੋਏ ਸੋ ਗਵੈ, ਮੌਕਾ ਕਹਿਆ ਬਾਓ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸ਼ਰਧਾ ਪਿਆਰ ਨਾਲ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਪਿਆਰਿਓ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਆਏ ਬਚਨ ਸ਼ਲੋਕ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ। ਆਸਾ ਕੀ ਵਾਰਦੀ ਇਸ ਪਾਵਨ ਪੌੜੀ ਦੇ ਅੰਦਰ ਇੱਕ ਲੜੀ ਵਿੱਚ ਗੁਰੂਦੇਵ ਨੇ ਸ਼ਲੋਕਾਂ ਨੂੰ ਪਰੋਇਆ। ਹਜ਼ੂਰ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਚਾਕਰ ਲੱਗਿਆ ਚਾਕਰੀ, ਨਾਲ ਗਰ ਬਾਦ ਗੱਲਾਂ ਕਰੇ ਘਨੇਰੀਆਂ। ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ। ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਅੱਜ ਮੇਰੇ ਦਾਤਾ ਜੀ ਨੇ ਸਾਡੀ ਜ਼ਿੰਦਗੀ ਨੂੰ, ਸਾਡੇ ਜੀਵਨ ਦੀ ਅੰਦਰਲੀ ਤਸਵੀਰ ਨੂੰ ਸਾਡੇ ਸਾਹਮਣੇ ਰੱਖਿਆ। ਮੇਰੇ ਸਾਹਿਬ ਕਹਿਣ ਲੱਗੇ, ਮਨੁੱਖ ਜਿਉ ਜਿਹਾ ਕਰਮ ਕਰਦਾ ਉਹ ਜਿਹਾ ਫਲ ਮਨੁੱਖ ਨੂੰ ਪ੍ਰਾਪਤ ਹੁੰਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਫਲ ਤੇ ਇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਆਪੇ ਬੀਜ ਆਪੇ ਹੀ ਖਾ। ਜਿਉਂ ਜਿਹਾ ਬੀਜਦਾ ਉਹ ਜਿਹਾ ਫਲ ਇਹਨੂੰ ਮਿਲਦਾ। ਹਜ਼ੂਰ ਨੇ ਰੱਬੀ ਬਾਣੀ ਅੰਦਰ ਸਾਨੂੰ ਇਹ ਗੱਲ ਸਮਝਾ ਦਿੱਤੀ, ਭਲਿਆ ਜਿਉਂ ਜੇ ਤੂੰ ਕਰਮ ਕਰੇਗਾ ਉਹ ਜਿਹਾ ਫਲ ਤੈਨੂੰ ਮਿਲੇਗਾ। ਫਰੀਦਾ ਲੋੜਾ ਦਾਖ ਬੇਜੋਰੀਆਂ, ਕਿੱਕਰ ਬੀਜੇ ਜੱਟ। ਹੰਡੇ ਉਨ ਕਤਾਏ ਦਾ ਪੈਂਦਾ ਲੋੜਾ ਪੱਟ। ਮਨੁੱਖ ਦਾ ਤੇ ਸੁਭਾਅ। ਪਰ ਹਜ਼ੂਰ ਕਹਿੰਦੇ ਨੇ ਜਿਉਂ ਜੇ ਕਰਮ ਜੀਵ ਕਰਦਾ
ਉਹ ਜਿਹਾ ਫਲ ਮਨੁੱਖ ਨੂੰ ਪ੍ਰਾਪਤ ਹੁੰਦਾ, ਕਿਉਂਕਿ ਕਰਮ ਜਿਹੜਾ ਹੈ ਉਹ ਬੀਜ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਹੁਣ ਦੋ ਗੱਲਾਂ ਅੱਜ ਬੜੀਆਂ ਸਮਝਣ ਵਾਲੀਆਂ। ਇੱਕ ਤੇ ਕਰਮ ਚੰਗਾ ਹੋਣਾ ਬੜਾ ਹੀ ਜ਼ਰੂਰੀ ਹੈ, ਕਿਉਂਕਿ ਕਰਮ ਬੀਜ ਹੈ। ਕਰਮ ਚੰਗਾ ਹੋਣਾ ਬੜਾ ਜ਼ਰੂਰੀ ਹੈ। ਜੇ ਫਸਲ ਚੰਗੀ ਦੇਖਣੀ ਚਾਹੁੰਦੇ ਹੋ, ਬੀਜ ਚੰਗਾ ਹੋਣਾ ਬੜਾ ਜ਼ਰੂਰੀ ਹੈ। ਜੇ ਬੀਜ ਚੰਗਾ ਨਾ ਹੋਇਆ, ਫਸਲ ਚੰਗੀ ਹੋਣੀ ਨਹੀਂ। ਜੇ ਫਲ ਚੰਗਾ ਦੇਖਣਾ ਚਾਹੁੰਦੇ ਹੋ ਤਾਂ ਬੀਜ ਚੰਗਾ ਹੋਣਾ ਬੜਾ ਜ਼ਰੂਰੀ ਹੈ। ਹਜ਼ੂਰ ਨੇ ਇਸ ਲਈ ਸਾਨੂੰ ਕਰਮ ਕਰਨ ਦੇ ਲਈ ਪ੍ਰੇਰਿਆ, ਚੰਗੇ ਕਰਮ। ਵੀ ਆਪਣੀ ਕਰਮਾਂ ਨੂੰ ਦੇਖ ਕੇ ਕਰੀ, ਕਰਮ ਕੀ ਕਰਨ ਲੱਗੇ ਹੈ। ਇਸ ਲਈ ਦਾਤਾ ਜੀ ਨੇ ਸਾਨੂੰ ਸਮਝਾਇਆ, ਕਹਿਣ ਲੱਗੇ ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਬੇਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਸੋ ਕਿਛ ਕਰ ਜੇ ਤੂੰ ਮੈਲ ਨਾ ਲੱਗੈ, ਕੰਮ ਉਹ ਕਰੀ ਜਿਨ੍ਹਾਂ ਨਾਲ ਤੇਰੀ ਜ਼ਿੰਦਗੀ ਮੈਲੀ ਨਾ ਹੋਵੇ। ਕਿਤੇ ਐਸਾ ਨਾ ਹੋਵੇ ਬੀਜ ਹੀ ਗਲਤ ਪਾ ਲੈ, ਕਿਤੇ ਐਸਾ ਨਾ ਹੋਵੇ ਬੀਜਣਾ ਤੇ ਕੋਈ ਫਲਦਾਰ ਦਰਖਤ ਸੀ, ਬੀਜ ਤਾਂ ਕਿਸੇ ਫਲਦਾਰ ਦਰਖਤ ਦਾ ਪਾਉਣਾ ਸੀ। ਕਿਤੇ ਐਸਾ ਨਾ ਹੋਵੇ ਕੰਡਿਆਂ ਦੇ ਬੀਜ ਪਾ ਕੇ ਬਹਿ। ਹੁਣ ਦੂਸਰੀ ਗੱਲ, ਜੇ ਬੀਜ ਬੜਾ ਕੀਮਤੀ ਹੋਵੇ ਤੇ ਦੂਜੀ ਗੱਲ ਧਰਤੀ ਚੰਗੀ ਹੋਣੀ ਬੜੀ ਜ਼ਰੂਰੀ ਹੈ। ਇਹ ਨਾ ਹੋਵੇ ਬੀਜ ਤੇ ਚੰਗਾ ਹੋਵੇ ਪਰ ਖਲਾਰੀ ਕਲਰ ਵਿੱਚ ਦਵੇ, ਫਿਰ ਵੀ ਗੱਲ ਬਣਨੀ ਕੋਈ, ਫਿਰ ਵੀ ਉਹਨੇ ਉੱਗਣਾ ਕੋਈ ਨਹੀਂ। ਬੀਜ ਚੰਗਾ ਹੈ, ਉਹਨੂੰ ਬੀਜਣ ਦਾ ਤਰੀਕਾ ਕੀ ਹੈ ਇਹ ਵੀ ਦੇਖਣਾ ਬੜਾ ਜ਼ਰੂਰੀ ਹੈ। ਹਜ਼ੂਰ ਕਹਿਣ ਲੱਗੇ ਕਦੀ ਤੁਸੀਂ ਸਿਆਣੇ ਲੋਕਾਂ ਨੂੰ ਦੇਖੋ, ਸਿਆਣੇ ਕਿਸਾਨ ਨੂੰ ਦੇਖੋ, ਉਹ ਬੀਜ ਪਾਉਂਦਾ ਹੈ, ਬੀਜ ਪਾਉਂਦਿਆਂ ਸਰ ਕੱਜ ਦਿੰਦਾ ਮਿੱਟੀ ਦੇ ਵਿੱਚ, ਉਹ ਬੀਜ ਦਿਖਣ ਨਹੀਂ ਦਿੰਦਾ। ਕੋਈ ਕਿਸਾਨ ਨੂੰ ਪੁੱਛੇ ਤੂੰ ਬੀਜ ਦਿਖਣ ਕਿਉਂ ਨਹੀਂ ਦਿੰਦਾ, ਤੂੰ ਬੀਜ ਬੜਾ ਕੀਮਤੀ ਪਾਇਆ ਖੇਤ ਦੇ ਅੰਦਰ ਪਰ ਤੂੰ ਦਿਖਣ ਨਹੀਂ ਦਿੱਤਾ। ਉਹ ਕਹਿੰਦਾ ਭਲਿਆ ਬੀਜ ਜਿੰਨਾ ਮਰਜ਼ੀ ਕੀਮਤੀ ਹੋਵੇ, ਜੇ ਦਿਖਦਾ ਰਿਹਾ ਤੇ ਉਹ ਤੇ ਪੰਛੀਆਂ ਚੁੱਕ ਕੇ ਲੈ ਜਾਣਾ, ਉੱਗਣਾ ਕੁਝ ਵੀ ਨਹੀਂ। ਹੁਣ ਸਾਹਿਬ ਅੱਜ ਸੇਵਕ ਦੀ ਗੱਲ ਸਮਝਾਉਂਦੇ, ਕਹਿਣ ਲੱਗੇ ਬੰਦਾ ਸੇਵਾ ਕਰਦਾ, ਬੰਦਾ ਧਰਮ ਦੇ ਕਰਮ ਕਰਦਾ। ਪਹਿਲੀ ਗੱਲ, ਧਰਮ ਦੇ ਕਰਮ ਕਰਨੇ, ਕਰਮ ਚੰਗਾ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਬੀਜ ਚੰਗਾ ਹੈ, ਪਰ ਕਈ ਵਾਰ ਚੰਗਾ ਬੀਜ ਬੀਜਣ ਲੱਗਿਆਂ ਗਲਤੀ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਕਿਸਾਨ ਤੇ ਬੀਜ ਪਾਉਂਦਾ ਉਸ ਵੇਲੇ ਕੱਜ ਦਿੰਦਾ, ਕਿਤੇ ਬੀਜ ਦਿਖਦਾ ਨਾ ਰਹਿ ਜਾਏ। ਜਿਹੜੀ ਚੀਜ਼ ਦਿਖਦੀ ਰਹਿ ਜਾਏ, ਜਿਹੜਾ ਬੀਜ ਦਿਖਦਾ ਰਹਿ ਜਾਏ, ਉਹਨੇ ਉੱਗਣਾ ਨਹੀਂ, ਪੰਛੀਆਂ ਚੁੱਕ ਕੇ ਲੈ ਜਾਣਾ। ਤੇ ਮੇਰੇ ਸਾਹਿਬ ਕਹਿਣ ਲੱਗੇ ਇਹ ਸੇਵਾ ਕਰਨ ਵਾਲੇ ਆ, ਇਹ ਸੇਵਕ, ਇਹ ਗੁਰੂ ਕੇ ਪਿਆਰ ਵਾਲੇ ਆ, ਇੱਕ ਗੱਲ ਚੇਤੇ ਰੱਖੀ, ਜੇ ਦਿਨ ਤੇਰੀ ਸੇਵਾ ਦਿਖਾਵਾ ਬਣ ਗਈ, ਤੇਰਾ ਧਰਮ ਦਾ ਕਰਮ ਦਿਖਾਵਾ ਬਣ ਗਿਆ, ਫਿਰ ਉਹ ਕਰਮ ਨਹੀਂ ਪਾਖੰਡ ਬਣ ਜਾਣਾ। ਕਰਮ ਧਰਮ ਪਾਖੰਡ ਜੋ ਦਿਸੈ ਤੈਨ ਜਮ ਜਾਗਾਤੀ ਲੁੱਟ। ਕਰਮ ਤੇ ਪਾਠ ਕਰਨਾ ਚੰਗਾ ਕਰਮ ਹੈ, ਬਾਣੀ ਪੜ੍ਹਨੀ ਚੰਗਾ ਕਰਮ ਹੈ। ਪਰ ਕਬੀਰ ਸਾਹਿਬ ਕੀ ਕਹਿੰਦੇ ਨੇ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ। ਕੰਮ ਤੇ ਚੰਗਾ ਸੀ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਕਿਤੇ ਤੇਰਾ ਪੜ੍ਹਨਾ ਦਿਖਾਵਾ ਬਣ ਗਿਆ, ਜੇ ਕਿਤੇ ਤੇਰਾ ਪੜ੍ਹਨਾ ਦੁਨੀਆ ਨੂੰ ਦਿਖਾਵਾ ਬਣ ਕੇ ਨਾ ਰਹਿ ਜਾਏ, ਜੇ ਦਿਖਾਵਾ ਬਣ ਗਿਆ ਪੜ੍ਹਨਾ, ਫਿਰ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਜੀਵਨ ਅੰਦਰ ਟਿਕਾ ਕੋਈ ਨਾ ਆਇਆ, ਪਰਮੇਸ਼ਰ ਦੀ ਕੀਰਤੀ ਕਰਨੀ, ਰਾਗਾਂ ਦੇ ਵਿੱਚ ਰੱਬੀ ਬਾਣੀ ਨੂੰ ਗਾਉਣਾ, ਇਹ ਚੰਗਾ ਕਰਮ ਹੈ। ਪਰ ਹਜ਼ੂਰ ਕਹਿਣ ਲੱਗੇ ਕੋਈ ਗਾਵੇ ਰਾਗੀ ਨਾ ਦੀ ਵੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪੁੱਛਿਆ ਜੀ ਕੀ ਗੱਲ ਹੈ, ਕਮੀ ਕੀ ਰਹਿ ਗਈ? ਕਹਿਣ ਲੱਗੇ ਜਿਨ ਅੰਤਰ ਕਪਟ ਵਿਕਾਰ ਹੈ ਤਿਨਾ ਰੋਏਗਾ ਗੀਤ। ਗਾਉਣਾ ਤੇ ਚੰਗਾ ਕਰਮ ਸੀ, ਪਰ ਜੇ ਕਿਤੇ ਮਨ ਅੰਦਰ ਹੰਕਾਰ ਹੈ, ਮਨ ਅੰਦਰ ਵਿਕਾਰ ਹੈ,
ਜਨੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹਜ਼ੂਰ ਕਹਿੰਦੇ ਸੇਵਾ ਕਰਨੀ ਤੇ ਚੰਗਾ ਕਰਮ ਹੈ। ਜੇ ਕਿਤੇ ਸੇਵਾ ਦਾ ਹੰਕਾਰ ਬਣ ਜਾਏ ਵੀ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਧਰਮੀ ਕੋਈ ਨਹੀਂ, ਕਹਿਣ ਲੱਗੇ ਅੰਦਰ ਹਉਮੈ ਖੜੀ ਹੋ ਜਾਣੀ ਹੈ। ਹਉਮੈ ਕੀ ਹੈ? ਹਉਮੈ ਤੇ ਕੰਡਾ ਸਾਕਤ ਹਾਰਸ ਸਾਧਨਾ ਜਾਣੇ ਤੇ ਅੰਤਰ ਹਉਮੈ ਕੰਡਾ ਹੈ। ਫਿਰ ਕੀ ਹੁੰਦਾ ਜੀ? ਕਹਿਣ ਲੱਗੇ ਜਿਉਂ ਜਿਉਂ ਚੱਲੈ ਚੁਭੇ ਦੁੱਖ ਪਾਵੈ, ਜਮਕਾਸ ਹੈ ਸਿਰ ਡੰਡਾ ਹੈ। ਉਹ ਜਿਉਂ ਜਿਉਂ ਕਦਮ ਧਰਦਾ, ਜਿਉਂ ਜਿਉਂ ਜ਼ਿੰਦਗੀ 'ਚ ਅੱਗੇ ਤੁਰਦਾ, ਤਿਉਂ ਤਿਉਂ ਹਉਮੈ ਦਾ ਕੰਡਾ ਚੁਭਦਾ। ਸੇਵਾ ਨੇ ਤੇ ਸੁੱਖ ਦੇਣਾ ਸੀ, ਸੇਵਾ ਤੇ ਚੰਗਾ ਕਰਮ ਹੈ, ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੇ ਕਿਤੇ ਅੰਦਰ ਹੰਕਾਰ ਖੜਾ ਹੋ ਗਿਆ, ਹੰਕਾਰ ਦਾ ਕੰਡਾ ਅੰਦਰ ਪੈਦਾ ਹੋ ਗਿਆ, ਫਿਰ ਸੁੱਖ ਨਹੀਂ ਦੇਣਾ, ਫਿਰ ਤੇ ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੇ। ਹੰਕਾਰ ਨੇ ਤੇਰੇ ਅੰਦਰ ਨੂੰ ਦੁਖੀ ਕਰਕੇ ਰੱਖ। ਇਸ ਲਈ ਮੇਰੇ ਗੁਰਦੇਵ ਨੇ ਸਾਨੂੰ ਅੱਜ ਸਮਝਾਇਆ, ਕਹਿਣ ਲੱਗੇ ਭਲਿਆ ਜੋ ਜੀ ਹੋਏ ਸੋ ਗੁਵੈ। ਅਸਲ ਵਿੱਚ ਤੇਰੇ ਅੰਦਰ ਕੀ, ਤੇਰੀ ਭਾਵਨਾ ਕੀ ਹੈ? ਧਰਮ ਦਾ ਕਰਮ ਤੇ ਚੰਗੀ ਗੱਲ ਹੈ, ਕਰਮ ਚੰਗਾ ਹੋਣਾ ਬੜੀ ਚੰਗੀ ਗੱਲ ਹੈ, ਪਰ ਨਾਲ ਭਾਵਨਾ ਕੀ ਹੈ ਇਹ ਵੀ ਕਾਊਂਟ ਨਾਲ ਕਰਨੀ। ਦੋ ਤਿੰਨ ਉਦਾਹਰਨਾਂ ਹੋਰ ਸਾਂਝੀਆਂ ਕਰਦੇ। ਧਰਤੀ ਕਿਹੋ ਜਿਹੀ ਹੈ, ਬੀਜ ਪਾਉਣ ਵੇਲੇ ਇਹ ਚੀਜ਼ ਵੀ ਨਿਰਭਰ ਕਰਦੀ। ਇਉਂ ਕਹਿ ਲਓ ਕਰਮ ਬੀਜ, ਧਰਤੀ ਜਿਹੜੀ ਹੈ ਉਹ ਨੀਅਤ ਹੈ, ਭਾਵਨਾ। ਜੇ ਕਰਮ ਵੀ ਚੰਗਾ ਹੋਵੇ, ਭਾਵਨਾ ਵੀ ਚੰਗੀ ਹੋਵੇ, ਫਿਰ ਕਰਮ ਦਾ ਫਲ ਚੰਗਾ ਹੋਵੇ। ਜੇ ਬੀਜ ਵੀ ਚੰਗਾ, ਧਰਤੀ ਵੀ ਚੰਗੀ ਹੈ, ਫਿਰ ਫਸਲ ਬੜੀ ਹੋਣੀ। ਹਜ਼ੂਰ ਕਹਿੰਦੇ ਵੀ ਇੰਝ ਸਮਝ ਲਾ, ਜੇ ਨੀਅਤ ਚੰਗੀ ਨਹੀਂ ਹੈ, ਭਾਵਨਾ ਚੰਗੀ ਨਹੀਂ ਹੈ, ਅੰਦਰ ਹੰਕਾਰ ਦੀ ਭਾਵਨਾ ਹੈ, ਜੇ ਸੇਵਾ ਵੀ ਕਰਦੇ ਹਾਂ ਤੇ ਮਨ ਅੰਦਰ ਹੈ ਵੀ ਦੁਨੀਆ ਦੇਖੇ। ਜੇ ਕੁਝ ਸੇਵਾ ਵੀ ਕਰਦੇ ਹਾਂ ਤੇ ਬੜੇ ਵੱਡੇ ਨਾਮ ਨੇ, ਆਪਣੇ ਨਾਂ ਦੀਆਂ ਪਲੇਟਾਂ ਵੀ ਲਵਾ ਦਿੰਦੇ ਹਾਂ, ਮਤਲਬ ਸਾਰਾ ਕੁਝ ਖੇ ਵਿੱਚ ਪੈ ਗਿਆ। ਦਿਖਾਣਾ ਤੇ ਹੈ ਹੀ ਨਹੀਂ, ਦਿਖਾਵੇ ਦੀ ਤੇ ਗੱਲ ਹੀ ਨਹੀਂ। ਜੇ ਸੇਵਾ ਵੀ ਕਰਦੇ ਉੱਤੋਂ ਫਿਰ ਕਹਿੰਦੇ ਵੀ ਸਾਡੇ ਨਾਂ ਦੀ ਅਨਾਉਂਸਮੈਂਟ ਵੀ ਚੰਗੀ ਹੋਵੇ, ਸਾਰੀ ਦੁਨੀਆ ਨੂੰ ਪਤਾ ਲੱਗੇ ਇਸ ਬੰਦੇ ਨੇ ਸੇਵਾ ਕੀਤੀ ਹੈ, ਇਹਦਾ ਮਤਲਬ ਸਭ ਕੁਝ ਰੁੜ ਗਿਆ, ਕੁਛ ਵੀ ਨਹੀਂ ਪੱਲੇ ਪਿਆ। ਸੇਵਾ ਤੇ ਦਿਖਾਵੇ ਦਾ ਕੋਈ ਮੇਲ ਹੀ ਨਹੀਂ। ਹਜ਼ੂਰ ਨੇ ਆਪ ਬਚਨ ਕੀਤਾ, ਕਹਿਣ ਲੱਗੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਮਲ ਭਿਅੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮਾ ਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜੇ ਬੁੱਧ ਬਵੇਕਾ। ਕਰਮ ਤੇ ਬੜੇ ਕਰਕੇ ਦੇਖ ਲੈ, ਪਰ ਕਰਮ ਕਰਨ ਦਾ ਲਾਭ ਨਹੀਂ ਹੋਇਆ। ਥੱਕ ਗਿਆ ਮੈਂ ਕਰਮ ਕਰ ਕਰਕੇ, ਹੁਣ ਮੈਂ ਮਾਲਕ ਦੇ ਦਰ ਤੇ ਆ ਕੇ ਅਰਦਾਸ ਕੀਤੀ, ਦਾਤਾ ਮੈਨੂੰ ਇਹੋ ਜਿਹੀ ਸੋਝੀ ਦੇ, ਵਿਵੇਕ ਬੁੱਧ ਦੇ, ਜੇ ਨਾ ਮੇਰੇ ਕਰਮ ਥਾਂ ਪੈ ਜਾਣ। ਇਹਨਾਂ ਕਰਮਾਂ ਦੇ ਨਾਲ ਹੰਕਾਰ ਵਧਿਆ, ਇਹਨਾਂ ਕਰਮਾਂ ਨਾਲ ਮੇਰੀ ਭਟਕਣਾ ਵਧੀ ਹੈ, ਇਹਨਾਂ ਕਰਮਾਂ ਨਾਲ ਮੇਰਾ ਦੁੱਖ ਵਧਿਆ। ਜੀਵਨ ਅੰਦਰ ਤੇ ਆਨੰਦ, ਜੀਵਨ ਅੰਦਰ ਸਹਿਜ, ਜੀਵਨ ਅੰਦਰ ਟਿਕਾ ਤੇ ਬਣੇ ਨੇ। ਹੁਣ ਹਜ਼ੂਰ ਕਹਿੰਦੇ ਨੇ ਕਰਮ ਬੀਜ ਹੈ, ਨੀਅਤ ਜਿਹੜੀ ਭਾਵਨਾ ਉਹ ਧਰਤੀ ਹੈ। ਦੋਨਾਂ ਦਾ ਚੰਗਾ ਹੋਣਾ ਬੜਾ ਜ਼ਰੂਰੀ ਹੈ। ਬੀਜ ਵੀ ਚੰਗਾ ਹੋਵੇ, ਧਰਤੀ ਵੀ ਚੰਗੀ ਹੋਵੇ, ਫਸਲ ਚੰਗੀ ਹੋਣੀ। ਕਰਮ ਦੀਵਾ ਹੈ, ਚੰਗੀ ਭਾਵਨਾ ਦੀ ਜੋਤ ਉਸ ਦੀਵੇ ਨੂੰ ਬੁਝੇ। ਤੇਲ ਦਾ ਭਰਿਆ ਹੋਇਆ ਜਿਹੜਾ ਦੀਵਾ ਹੈ, ਚੰਗੀ ਭਾਵਨਾ ਜਿਹੜੀ ਹੈ ਉਹਦੀ ਜੋਤ ਆ ਕੇ ਉਹਨੂੰ ਟੱਚ ਕਰ ਜਾਏ, ਦੀਵਾ ਰੋਸ਼ਨੀ ਦੇਣ ਲੱਗ ਪੈਂਦਾ, ਦੀਵਾ ਚਾਨਣ ਦੇਣ ਲੱਗ ਪੈਂਦਾ। ਹੁਣ ਦੀਵਾ ਤੇ ਭਰਿਆ ਪਿਆ ਤੇਲ ਦੇ ਨਾਲ, ਕਰਮ ਤੇ ਚੰਗਾ ਹੈ, ਪਰ ਜੇ ਹੁਣ ਚੰਗੀ ਭਾਵਨਾ ਦੀ ਜੋਤ ਉਹਨੂੰ ਛੋਈ ਨਹੀਂ, ਉਹਨੇ ਚਾਨਣ ਦੇਣਾ ਹੀ ਕੋਈ ਨਹੀਂ। ਤੇਲ ਨਾਲ ਭਰਿਆ ਦੀਵਾ ਕੋਲ ਫਿਰ ਵੀ ਹਨੇਰਾ। ਕਰਮ ਵੀ ਬੰਦਾ ਕਰੀ ਜਾਂਦਾ, ਫਿਰ ਦੁਖੀ ਵੀ ਹੈ, ਕਿਉਂਕਿ ਚੰਗੀ ਭਾਵਨਾ ਆਈ ਨਹੀਂ। ਤੀਸਰੀ ਉਦਾਹਰਣ ਦਿੱਤੀ, ਕਹਿਣ ਲੱਗੇ ਕਰਮ ਤੇ ਬੇੜੀ ਹੈ। ਬੇੜੀ ਬੜੀ ਸੋਹਣੀ ਹੋਵੇ, ਬੇੜੀ ਵਿੱਚ ਕੋਈ ਕਮੀ ਨਾ ਹੋਵੇ, ਚੰਗੀ ਭਾਵਨਾ ਬੇੜੀ ਦਾ ਮਲਾਹ। ਜੇ ਭਾਵਨਾ ਚੰਗੀ ਨਹੀਂ ਹੈ
ਨੀਅਤ ਚੰਗੀ ਨਹੀਂ ਹੈ ਤਾਂ ਇਹੋ ਸਮਝੋ ਮਲਾਹ ਚੰਗਾ ਨਹੀਂ, ਬੇੜੀ ਜਿੰਨੀ ਮਰਜ਼ੀ ਚੰਗੀ ਹੋਵੇ, ਜੇ ਮਲਾਹ ਚੰਗਾ ਨਹੀਂ ਬੇੜੀ ਡੁੱਬ ਜਾਣੀ। ਜਿੰਨੀ ਮਰਜ਼ੀ ਵਧੀਆ ਬੇੜੀ ਹੋਵੇ, ਜਿੰਨੀ ਮਰਜ਼ੀ ਕੀਮਤੀ ਬੇੜੀ ਹੋਵੇ, ਜਿੰਨੀ ਮਰਜ਼ੀ ਵਧੀਆ ਢੰਗ ਨਾਲ ਸ਼ਿੰਗਾਰੀ ਹੋਵੇ, ਕਰਮ ਜਿੰਨਾ ਮਰਜ਼ੀ ਚੰਗਾ ਹੋਵੇ, ਜੇ ਭਾਵਨਾ ਚੰਗੀ ਨਹੀਂ ਹੈ, ਜੇ ਨੀਅਤ ਚੰਗੀ ਨਹੀਂ ਹੈ, ਤੇ ਸਮਝੋ ਕਰਮ ਦੀ ਬੇੜੀ ਡੁੱਬ ਜਾਏਗੀ, ਕਰਮ ਬਰਬਾਦ ਹੋ ਜਾਏਗਾ, ਕਰਮ ਦਾ ਫਲ ਸਾਨੂੰ ਮਿਲਣਾ ਕੁਛ ਨਹੀਂ। ਚੰਗਾ ਮਲਾਹ ਹੋਣਾ ਬੜਾ ਜ਼ਰੂਰੀ ਹੈ। ਬੇੜੀ ਜਿਵੇਂ ਦੀ ਵੀ ਹੈ ਹੋਵੇ, ਬੇੜੀ ਭਾਵੇਂ ਥੋੜ੍ਹੀ ਜਿਹੀ ਹਲਕੀ ਵੀ ਹੋਵੇ, ਸਿਆਣਾ ਮਲਾਹ ਹੋਵੇ ਤੇ ਉਹ ਬੇੜੀ ਨੂੰ ਪਾਰਲੇ ਕੰਢੇ ਲਾ ਦਿੰਦਾ। ਹਜ਼ੂਰ ਕਹਿੰਦੇ ਹੋ ਭਲਿਓ ਨੀਅਤ ਆਪਣੀ ਚੰਗੀ ਰੱਖਿਓ। ਜੇ ਨੀਅਤ ਚੰਗੀ ਹੋਵੇ, ਜੇ ਭਾਵਨਾ ਚੰਗੀ ਹੋਵੇ, ਫਿਰ ਤੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਇਹ ਤੇ ਖੇਡ ਭਾਵਨਾ ਦੀ ਹੈ। ਇੱਕ ਬਚਨ ਹੋਰ ਸਾਂਝਾ ਕਰਦੇ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਆ ਜਿਹੜੇ ਮੈਂ ਬਹੁਤ ਸੁੰਦਰ ਵਸਤਰ ਪਾਏ ਨਾ, ਮੈਂ ਇਹਨੂੰ ਪਾੜ ਦਿਆਂ। ਆ ਜਿਹੜੇ ਸੁੰਦਰ ਵਸਤਰ ਪਾਏ ਆ, ਇਹ ਸੁੰਦਰ ਪਟੋਲੇ ਸੁੰਦਰ ਵਸਤਰਾਂ ਨੂੰ ਪਾੜ ਕੇ ਧੱਜ ਕਰੀ ਲੀਰੋ ਲੀਰ ਕਰ ਦਿਆਂ। ਇਹਨਾਂ ਨੂੰ ਮੈਂ ਲੀਰੋ ਲੀਰ ਕਰ ਦਿਆਂ। ਕੰਬਲੜੀ ਪਹਿਰਿਓ, ਮੈਂ ਕੰਬੜੀ ਪਹਿਨ ਲਿਆ, ਸਾਦੀ ਜਿਹੀ ਕੰਬੜੀ ਤਨ ਨੂੰ ਲਪੇਟ ਲਾਂ। ਜਿੰਨੀ ਵੇਸੀ ਸ਼ੌ ਮਿਲਿਆ ਸਹੀ ਵੇਸ ਕਰਿਓ। ਨਾਲ ਦੀ ਨਾਲ ਗੁਰੂ ਅਮਰਦਾਸ ਜੀ ਨੇ ਅਗਲਾ ਸ਼ਲੋਕ ਦੇ ਦਿੱਤਾ। ਕਹਿਣ ਲੱਗੇ, ਬਾਬਾ ਫਰੀਦ ਸਾਹਿਬ ਜੀ, ਜਿਹੜੀ ਗੱਲ ਤੁਸਾਂ ਕਹੀ ਹੈ ਇਹ ਠੀਕ ਹੈ, ਪਰ ਇਹ ਸੰਸਾਰੀ ਲੋਕਾਂ ਦੇ ਸਮਝ ਵਿੱਚ ਨਹੀਂ ਆਉਣੀ। ਮੈਂ ਇਸ ਗੱਲ ਨੂੰ ਹੋਰ ਖੋਲ ਦੇਣਾ ਚਾਹੁੰਦਾ, ਗੱਲ ਪੂਰੀ ਕਰ ਦੇਣਾ ਚਾਹੁੰਦਾ। ਤੇ ਅਗਲਾ ਬਚਨ ਗੁਰੂ ਅਮਰਦਾਸ ਜੀ ਨੇ ਕੀਤਾ। ਕਹਿਣਗੇ, ਕਾਏ ਪਟੋਲਾ ਪਾੜਤੀ। ਕਹਿਣ ਲੱਗੇ, ਬਾਬਾ ਫਰੀਦ ਸਾਹਿਬ ਜੀ, ਇਹ ਤਨ ਦੇ ਵਸਤਰ ਲੀਰੋ ਲੀਰ ਕਰਨ ਦੀ ਲੋੜ ਨਹੀਂ ਹੈ। ਕਾਏ ਪਟੋਲਾ ਪਾੜਤੀ, ਕੰਬਲੜੀ ਪਹਿਰਿਓ। ਨਾਨਕ ਘਰ ਬੈਠਿਆਂ ਹੀ ਸ਼ੌ ਮਿਲੇ, ਜੇ ਨੀਅਤ ਰਾਸ ਕਰੇ। ਕਹਿਣ ਲੱਗੇ, ਘਰ ਬੈਠਿਆਂ ਹੀ ਤਨ ਦੇ ਵਸਤਰ ਲੀਰੋ ਲੀਰ ਕਰਨ ਦੀ ਲੋੜ ਨਹੀਂ, ਤਨ ਦੇ ਉੱਤੇ ਕੰਬਲੜੀ ਪਹਿਨਣ ਦੀ ਲੋੜ ਨਹੀਂ। ਗੱਲ ਤੇ ਨੀਅਤ ਰਾਸ ਦੀ ਏ, ਚੰਗੀ ਭਾਵਨਾ ਬਣਾਉਣ ਦੀ ਏ। ਜੇ ਭਾਵਨਾ ਚੰਗੀ ਬਣ ਗਈ, ਨਾਨਕ ਘਰ ਬੈਠਿਆਂ ਹੀ ਸ਼ੌ ਮਿਲੇ, ਜੇ ਨੀਅਤ ਰਾਸ ਕਰੇ। ਚੰਗੀ ਭਾਵਨਾ ਦੀ ਹੈ। ਮੇਰੇ ਦਾਤਾ ਜੀ ਕਹਿਣ ਲੱਗੇ, ਤੂੰ ਭਾਵਨਾ ਚੰਗੀ ਬਣਾ। ਪੁੱਛਿਆ, ਦਾਤਾ ਭਾਵਨਾ ਚੰਗੀ ਬਣੇ ਕਿਵੇਂ? ਕਹਿਣ ਲੱਗੇ, ਤੂੰ ਸਤਿਗੁਰੂ ਕੋਲ ਆ। ਸਤਿਗੁਰੂ ਕੋਲ ਆ ਕੇ ਗੁਰੂ ਦੀ ਅਗਵਾਈ ਕਬੂਲ ਕਰ। ਸਤਿਗੁਰ ਕੋਲ ਆ ਕੇ ਅਰਦਾਸ ਕਰ, ਦਾਤਾ ਮੇਰੀ ਭਾਵਨਾ ਚੰਗੀ ਨਹੀਂ ਹੈ, ਮੇਰੀ ਸੋਚ ਚੰਗੀ ਨਹੀਂ ਹੈ, ਮੇਰੀ ਵਿਚਾਰ ਚੰਗੀ ਨਹੀਂ ਹੈ। ਤੁਸੀਂ ਕਿਰਪਾ ਕਰੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਸੋਚ ਚੰਗੀ ਹੋ ਜਾਏ। ਮੈਂ ਕਰਮ ਤੇ ਕਰਦਾ, ਉਹ ਪਖੰਡ ਬਣ ਜਾਂਦਾ। ਮੈਂ ਕਰਮ ਤੇ ਕਰਦਾ, ਉਹ ਅੰਦਰ ਹਉਮੈ ਕੰਡਾ ਬਣੀ ਜਾਂਦਾ। ਹਉਮੈ ਕੰਡਾ ਅੰਦਰ ਜਿਹੜਾ, ਉਹ ਮੈਨੂੰ ਦੁੱਖ ਦੇ ਹੀ ਜਾਂਦਾ। ਕਰਮ ਤੇ ਕਰਦਾ, ਕਰਮ ਬਿਰਥਾ ਜਾ ਰਿਹਾ। ਤੇ ਦਾਤਾ ਜੀ ਕਿਰਪਾ ਕਰੋ, ਫਿਰ ਮੇਰਾ ਦੇ ਸਾਈਂ ਸਾਨੂੰ ਸ਼ਬਦ ਦੇ ਰਾਹੀਂ ਸਾਨੂੰ ਇਆਣਿਆਂ ਨੂੰ ਸਿਆਣੇ ਬਣਾ ਕੇ ਚੰਗਾ ਕਰਮ ਚੰਗੀ ਭਾਵਨਾ ਦੇ ਨਾਲ ਕਰਨ ਦੀ ਸਾਨੂੰ ਪ੍ਰੇਰਣਾ ਦਿੰਦੇ। ਹਜ਼ੂਰ ਕਹਿੰਦੇ ਨੇ, ਜੋ ਜੀ ਹੋਏ ਸੋ ਹੋਵੇ। ਜੇ ਅੰਦਰ ਹੰਕਾਰ ਹੈ ਨਾ, ਅੰਦਰ ਵਿਸ਼ੇ ਵਿਕਾਰ ਹੈ, ਅੰਦਰ ਜੇ ਮਾੜੀ ਨੀਅਤ ਮਾੜੀ ਸੋਚ ਰੱਖੀ ਬੈਠੇ ਹੋ, ਕਰਮ ਬਾਹਰੋਂ ਜਿੰਨੇ ਮਰਜ਼ੀ ਚੰਗੇ ਕਰੋ, ਫਿਰ ਉਹਦਾ ਲਾਭ ਨਹੀਂ ਹੋਣਾ। ਇੱਕ ਛੋਟੀ ਜਿਹੀ ਉਦਾਹਰਣ ਹੋਰ ਸਾਂਝੀ ਕਰਦੇ ਹਾਂ। ਹਜ਼ੂਰ ਕਹਿੰਦੇ, ਸੀਸ ਨਿਵਾਉਣਾ ਤੇ ਚੰਗਾ ਕਰਮ ਹੈ। ਸੀਸ ਨਿਵਾਉਣਾ ਚੰਗਾ ਕਰਮ ਹੈ, ਪਰ ਨਾਲ ਕਹਿਣ ਲੱਗੇ, ਸੀਸ ਨਿਵਾਇਆ ਕਿਆ ਥੀ ਹੈ, ਜਰ ਦੇ ਕਸੁੱਧ ਜਾਏ। ਉਹ ਸੀਸ ਨਿਵਾਉਣ ਦਾ ਕੀ ਲਾਭ ਜੇ ਹਿਰਦੇ ਦੇ ਅੰਦਰ ਭਾਵਨਾ ਹੀ ਨਹੀਂ। ਭਾਵਨਾ ਤੇ ਕੁਛ ਹੋਰ ਹੈ, ਭਾਵਨਾ ਦੇ ਅੰਦਰ ਮਾੜੀ ਹੈ। ਨਿਭਾਉਣੀ ਅਸੀਂ ਸੀਸ। ਹਜ਼ੂਰ ਕਹਿੰਦੇ, ਉਹ ਭਲਿਆ ਭਲਾ ਭਾਵਨਾ ਨੂੰ ਸੁਧਾਰ। ਸੀਸ ਨਵਾਇਆ ਅਪਰਾਧੀ ਦੂਣਾ ਨਿਵੇ, ਜੋ ਹੰਤਾ ਮਿਰਗਾਏ। ਸੀਸ ਨਵਾਇਆ ਕਿਆ ਥੀ ਹੈ, ਜਰ ਦੇ ਕਸੁੱਧ ਜਾਏ। ਨਿਭਦਾ ਤੇ ਅਪਰਾਧੀ ਵੀ ਹੈ, ਨਿਭਦਾ ਤੇ ਸ਼ਿਕਾਰੀ ਵੀ ਹੈ। ਉਹ ਨਿਭ ਕੇ ਦੂਜੇ ਦੀ ਜਾਨ ਲੈ ਲੈਂਦਾ ਹੈ। ਉਹਦੀ ਭਾਵਨਾ ਦੂਜੇ ਦੀ ਜਾਨ ਲੈਣੀ ਹੈ, ਉਹ ਨਿਭਦਾ ਨਹੀਂ ਹੈ, ਉਹ ਤੇ ਦੂਜੇ ਦੀ ਜਾਨ ਲੈਣ ਲਈ ਨਿਭਣ ਰਿਹਾ। ਭਾਵਨਾ ਨਹੀਂ ਚੰਗੀ, ਨਿਭਣ ਦਾ ਕੀ ਲਾਭ ਹੈ? ਹਜ਼ੂਰ ਕਹਿੰਦੇ, ਨਿਰਾ ਸੀਸ ਨਿਭਾਉਣ ਦੀ ਗੱਲ ਨਹੀਂ ਹੈ, ਗੱਲ ਤੇ ਤੁਹਾਡੀ ਭਾਵਨਾ ਕਿਹੋ ਜਿਹੀ ਹੈ। ਨਿਰੀ ਕਰਮ ਦੀ ਗੱਲ ਨਹੀਂ ਹੈ, ਕਰਮ ਦੇ ਨਾਲ ਤੁਹਾਡੀ ਭਾਵਨਾ ਕਿਹੋ ਜਿਹੀ ਹੈ। ਜਿਹੋ ਜਿਹੀ ਭਾਵਨਾ ਹੋਏ, ਜੋ ਜੀ ਹੋਏ ਸੋ ਗਵੈ। ਮੌਕਾ ਕਹਿਆ ਬਾਓ,
ਮੂੰਹ ਦਾ ਜਿਹੜੀਆਂ ਅਸੀਂ ਆਪਣੇ ਕੋਲੋਂ ਮੈਂ ਕਹਿ ਦੇਵਾਂ ਮੈਂ ਬੜਾ ਧਰਮੀ ਹਾਂ, ਮੈਂ ਬੜਾ ਗਿਆਨਵਾਨ ਹਾਂ, ਮੈਂ ਬੜਾ ਸੂਝਵਾਨ ਹਾਂ, ਮੈਂ ਬੜਾ ਸੇਵਾਦਾਰ ਹਾਂ। ਹਜ਼ੂਰ ਕਹਿੰਦੇ ਪਤਾ ਹੈ ਕਿੱਦਾਂ ਹੈ, ਫਿਰ ਤੇਰਾ ਕਰਮ ਕਿੱਦਾਂ ਹੈ। ਮੂੰਹ ਕਾ ਕਹਿਆ ਬਾਓ, ਹਵਾ ਵਗਦੀ ਹੈ, ਕੌਣ ਸੋਚਦਾ ਵੀ ਕੀ ਵਗ ਰਿਹਾ। ਹਵਾ ਵਗਦੀ ਹੈ, ਸਾਂ ਹੋਈ ਜਾ ਰਹੀ, ਹਵਾ ਵਗਦੀ ਹੈ, ਪੱਤੇ ਖੜਖੜ ਕਰੀ ਜਾ ਰਹੇ। ਕਿਸੇ ਨੇ ਕਦੇ ਸੋਚਿਆ ਕਿਉਂ ਖੜਖੜ ਹੋ ਰਹੀ ਹੈ? ਉਹ ਖੜਖੜ ਵੱਲ ਕੋਈ ਧਿਆਨ ਦਿੰਦਾ? ਕੋਈ ਨਹੀਂ ਦਿੰਦਾ। ਸਾਂ ਹੋਈ ਜਾ ਰਹੀ ਹੈ, ਕੌਣ ਧਿਆਨ ਦਿੰਦਾ? ਦੁਨੀਆ ਆਪਣੇ ਕੰਮਾਂ 'ਚ ਲੱਗੀ ਹੋਈ ਹੈ। ਹਜ਼ੂਰ ਕਹਿੰਦੇ ਤੂੰ ਜੇ ਨਰੀ ਆਪਣੇ ਮੂੰਹ ਆਪਣੀਆਂ ਵਡਿਆਈਆਂ ਕਰਦਾ ਰਿਹਾ, ਅੰਦਰ ਹੰਕਾਰ ਰੱਖ ਕੇ ਤੂੰ ਮੂੰਹ ਕਹੀਦਾ ਮੈਂ ਸੇਵਾਦਾਰ ਚੰਗਾ, ਮੈਂ ਚੰਗੇ ਕਰਮ ਕਰਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ, ਮੈਂ ਬਾਣੀ ਬੜੀ ਪੜ੍ਹਦਾ, ਮੈਂ ਬੜਾ ਬੰਦਗੀ ਕਰਨਾ, ਮੈਂ ਬੜੀ ਸੇਵਾ ਕਰਨਾ, ਮੈਂ ਬੜਾ ਪਰਉਪਕਾਰੀ ਹਾਂ। ਹਜ਼ੂਰ ਕਹਿੰਦੇ ਮੂੰਹ ਕਾ ਕਹਿਆ ਬਾਓ, ਜਿਵੇਂ ਹਵਾ ਵਗਦੀ ਹੈ, ਵਗੀ ਜਾਣ ਰਹੀ ਹੈ, ਕੋਈ ਨਹੀਂ ਪਰਵਾਹ ਮਾਰ ਰਿਹਾ। ਤੇ ਤੇਰੇ ਇਹ ਮੂੰਹ ਆਪਣੇ ਕਹੇ ਹੋਏ ਬੋਲ ਬਸ ਹਵਾ ਬਣ ਜਾਣੇ ਆ, ਹਵਾ ਵਾਂਗੂ ਲੰਘ ਜਾਣੇ ਆ। ਕਿਸੇ ਨੇ ਨਾ ਤੇਰੀ ਗੁਰੂ ਨੇ ਸੁਣਨੀ ਹੈ, ਨਾ ਤੇਰੀ ਪਰਮੇਸ਼ਰ ਨੇ ਸੁਣਨੀ। ਅਗਲਾ ਬਚਨ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਹੀ ਲਿਆ। ਕਹਿਣ ਲੱਗੇ ਬੀਜਦਾ ਵੇਖੇ, ਕਰਮ ਨਹੀਂ ਚੰਗੇ ਕਰਦਾ, ਮੰਗਦਾ ਅੰਮ੍ਰਿਤ ਹੈ। ਕਰਮ ਚੰਗੇ ਨਹੀਂ ਕਰਦਾ, ਫਲ ਚੰਗਾ ਚਾਹੁੰਦਾ। ਹਜ਼ੂਰ ਕਹਿੰਦੇ ਭਲਿਆ ਤੂੰ ਕਰਮ ਚੰਗੇ ਕਰ, ਬੀਜ ਚੰਗਾ ਪਾਵੀਂ, ਫਲ ਤੈਨੂੰ ਚੰਗਾ ਮਿਲੇਗਾ। ਪਰ ਚੇਤੇ ਰੱਖੀ ਨਾਲ ਨੀਅਤ ਵੀ ਚੰਗੀ ਰੱਖੀ, ਭਾਵਨਾ ਵੀ ਚੰਗੀ ਰੱਖੀ। ਕਰਮ ਵੀ ਚੰਗਾ ਹੋਵੇ, ਭਾਵਨਾ ਵੀ ਚੰਗੀ ਹੋਵੇ, ਫਿਰ ਤੇਰੇ ਜੀਵਨ ਅੰਦਰ ਆਨੰਦ ਬਣ ਜਾਏ। ਸਤਿਗੁਰੂ ਕਿਰਪਾ ਕਰਨ। ਭਾਵਨਾ ਚੰਗੀ ਬਣਨੀ ਹੈ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ, ਭਾਵਨਾ ਚੰਗੀ ਬਣਨੀ ਗੁਰੂ ਦੇ ਸ਼ਬਦ ਨਾਲ ਜੁੜ ਕੇ। ਭਾਵਨਾ ਚੰਗੀ ਉਦੋਂ ਬਣਨੀ ਹੈ ਜਦੋਂ ਸਾਰੀਆਂ ਸਿਆਣਪਾਂ ਬਾਹਰ ਛੱਡ ਕੇ ਫਿਰ ਗੁਰੂ ਘਰ ਵਿੱਚ ਇਹ ਭਾਵਨਾ ਬਣਾ ਕੇ ਆਈਏ ਵੀ ਅਸੀਂ ਕੁਝ ਸਿੱਖਣ ਲਈ ਜਾਣਾ। ਜਦੋਂ ਇਹ ਭਾਵਨਾ ਬਣਾ ਕੇ ਆਈਏ ਸਤਿਗੁਰੂ ਅਸੀਂ ਤੁਹਾਡੀ ਗੋਦ ਵਿੱਚ ਆਏ ਹਾਂ, ਅਸੀਂ ਔਗਣਾਂ ਨਾਲ ਭਰੇ ਹੋਏ ਹਾਂ, ਅਸੀਂ ਗੁਨਾਹਾਂ ਨਾਲ ਭਰੇ ਹੋਏ ਹਾਂ, ਸਾਡੇ ਕੋਲ ਕੋਈ ਸਿਆਣਪ ਨਹੀਂ, ਸਾਡੇ ਕੋਲ ਕੋਈ ਚਤੁਰਾਈ ਨਹੀਂ, ਅਸੀਂ ਤੁਹਾਡੇ ਕੋਲ ਕੁਝ ਸਿੱਖਣ ਲਈ ਆਏ। ਇੱਦਾਂ ਦੀ ਭਾਵਨਾ ਜਦੋਂ ਲੈ ਕੇ ਗੁਰੂ ਕੋਲ ਬੈਠਾਂਗੇ, ਸਾਨੂੰ ਸਤਿਗੁਰੂ ਜੀਵਨ ਜੁਗਤ ਦੇਣਗੇ ਅਤੇ ਸਾਨੂੰ ਸਮਝ ਆਏਗੀ, ਚੰਗੀ ਭਾਵਨਾ ਬਣੇਗੀ, ਕਰਮ ਸਾਡੇ ਲੇਖੇ ਵਿੱਚ ਹੋਣਗੇ। ਸਤਿਗੁਰੂ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ, ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਇਸ ਵਾਰੀ ਦੀ ਅੱਜ ਦੇ ਦੀਵਾਨ ਦੇ ਵਿੱਚ ਆਖਰੀ ਹਾਜ਼ਰੀ ਹੈ। ਫਿਰ ਸਤਿਗੁਰੂ ਕਦੀ ਸਮਾਂ ਬਖਸ਼ਿਸ਼ ਕੀਤਾ ਅਤੇ ਸਤਿਗੁਰੂ ਦੀ ਅਸੀਸ ਸਦਕਾ ਆਪ ਸੰਗਤਾਂ ਦੇ ਚਰਨ ਪਰਸਨ ਦਾ ਯਤਨ ਕਰਾਂਗੇ। ਅਸੀਸਾਂ ਦੇਣੀਆਂ ਇਸੇ ਤਰ੍ਹਾਂ ਗੁਰਮਤਿ ਦੇ ਰਾਹ ਦੇ ਉੱਤੇ ਚੱਲਦੇ ਹਾਂ। ਸਤਿਗੁਰੂ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ, ਗਲਤੀਆਂ ਭੁੱਲਾਂ ਨਾਲ ਤਾਰਨਾ, ਅਸੀਸਾਂ ਦਿੰਦੇ ਹੋਏ ਗੁਰਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤ ਗਾਵੋ ਹਰੀ, ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ